जे सिमरनजीत सिंह मान एजेंसियां का बंदा है तो उहदे पर देश धरोही के 75 केस क्यों पाए गए? तो उत्थे भगवंत सिंह मान ते जिहड़ा कुलदीप सिंह धालीवाल है DC ते SSP नूं घड़ीस के उत्थे लैके जावांगे जां जनतक तौर पर माफ़ी मंगणगे, नहीं फिर कटहरे 'च सजा करा के अंदर रखांगे। की फिर थोड़े करप्ट मंत्री गुरुद्वारे दी ज़मीनां नप्पणगे? उन्होंने शुगर मिल लाई सी ना कि शराब की फैक्ट्री। थोड़ा मित्तल ਉਹਦੇ ਕੋਲੋਂ ਜ਼ਮੀਨ ਕਦੋਂ ਛਡਵਾਉਂਗੇ? ਤੁਸੀਂ ਅਣਪੜ੍ਹ ਟੋਲਾ ਇਕੱਠਾ ਹੋਇਆ ਕਿ ਜਿਹੜੀ ਕੋ ਜ਼ਮੀਨ ਦੇ ਵਿੱਚ ਸਟੇ ਲੱਗ ਜਾਵੇ ਤਾਂ ਉੱਥੇ ਕੋਈ ਧਿਰ ਨਹੀਂ ਵੜ ਸਕਦੀ, ਤਾਂ ਤੁਹਾਡੇ ਉੱਪਰ ਇਹਦਾ ਵੀ ਕੇਸ ਬਣੂਗਾ। ਮੈਂ 3000 ਏਕੜ ਜ਼ਮੀਨ ਆ ਜੀ, ਉਹ 3000 ਏਕੜ ਜ਼ਮੀਨ ਉਹਨਾਂ ਨੇ ਕਦੋਂ ਤੋਂ ਲੈ ਕੇ ਕਦੋਂ ਤੱਕ ਬਣਾਈ ਹੈ? ਤੇ ਮੀਡੀਆ ਲਿਜਾ ਕੇ ਤੁਸੀਂ ਹਾ ਹਾ ਹੂ ਹੂ ਕਰਕੇ ਆ ਗਏ। ਇਹ ਰੌਲਾ ਪਾ ਰਿਹਾ ਕਿ ਦੀਪ ਸਿੱਧੂ ਦੀ ਤੇ ਸਿੱਧੂ ਮੂਸੇਵਾਲੇ ਦੀ ਜਿਹੜੀ ਡੈਥ ਆ ਉਹਦਾ ਬਹੁਤ ਜ਼ਿਆਦਾ ਫਾਇਦਾ ਮਿਲਿਆ ਸਿਮਰਨਜੀਤ ਸਿੰਘ ਮਾਨ ਜੀ ਨੂੰ। ਦੋਸਤੋ ਸਵਾਗਤ ਹੈ ਇਸ ਵੀਡੀਓ ਦੇ ਵਿੱਚ। ਅੱਜ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਜੀ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਤੋਂ ਸਰਕਲ ਪ੍ਰਚਾਰਕ ਨੇ, ਤੇ ਵੀਰ ਨਾਲ ਆਪਾਂ ਜਿਹੜੀਆਂ ਸਾਡੇ MP ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਉੱਪਰ ਕਾਫੀ ਐਲੀਗੇਸ਼ਨਸ ਲੱਗ ਰਹੀਆਂ ਨੇ, ਅਸੀਂ ਉਹਦੇ ਬਾਰੇ ਅੱਜ ਵਿਚਾਰ ਚਰਚਾ ਕਰਨੀ ਆ। ਤੇ ਸਾਡੇ ਨਾਲ ਵੀਡੀਓ 'ਚ ਜੁੜੇ ਰਹੋ। ਵੀਰ ਜੀ ਸਵਾਗਤ ਹੈ ਤੁਹਾਡਾ ਵੀਡੀਓ 'ਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਜਿਹੜੇ ਹਮੇਸ਼ਾ ਹੀ ਸਿੱਖ ਕੌਮ ਦੀ ਜਿਹੜੀ ਆਵਾਜ਼ ਆ ਉਹ ਧੜੇਬੰਦੀ ਤੋਂ ਉੱਪਰ ਉੱਠ ਕੇ ਜਾਂ ਕਿਸੇ ਪ੍ਰੈਸ਼ਰ ਤੋਂ ਦਬਾਅ ਦੇ ਹੇਠ ਨਾ ਆ ਕੇ ਜਿਹੜੀ ਸੱਚ ਦੀ ਆਵਾਜ਼ ਆ ਉਹ ਹਮੇਸ਼ਾ ਚੱਕਦੇ ਹੋ, ਉਹਦੇ ਲਈ ਆਪ ਜੀ ਦਾ ਧੰਨਵਾਦ। ਥੈਂਕ ਯੂ ਵੀਰ ਜੀ। ਤੇ ਵੀਰ ਜੀ ਜੇਕਰ ਆਪਾਂ ਗੱਲ ਕਰੀਏ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਦੀ MP ਦੀਆਂ ਇਲੈਕਸ਼ਨ 'ਚ ਜਿੱਤ ਕੇ MP ਸਿਲੈਕਟ ਹੋਇਆ ਉਹ ਉਦੋਂ ਤੋਂ ਹੀ ਵਿਵਾਦਾਂ ਦੇ ਘੇਰੇ ਦੇ ਵਿੱਚ ਨੇ। ਕਦੇ ਆਪਾਂ ਸ਼ਹੀਦ ਭਗਤ ਸਿੰਘ ਦੇ ਬਿਆਨ ਬਾਰੇ ਜਿਹੜੀ ਉਹਨਾਂ ਨੇ ਬਿਆਨ ਦਿੱਤਾ ਉਹਦੇ ਬਾਰੇ ਗੱਲ ਕਰ ਲਈਏ, ਜਾਂ ਫਿਰ ਉਹਨਾਂ ਨੇ ਜਿਹੜਾ ਅੱਜ ਕੱਲ੍ਹ ਜ਼ਮੀਨੀ ਵਿਵਾਦ ਚੱਲ ਰਿਹਾ ਵੀ ਉਹਨਾਂ ਨੇ ਨਜਾਇਜ਼ ਜ਼ਮੀਨਾਂ ਦੇ ਉੱਪਰ ਕਬਜ਼ਾ ਕੀਤਾ ਹੋਇਆ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਤੁਸੀਂ ਉਹਨਾਂ ਨਾਲ ਰਹੇ ਹੋ, ਉਹਨਾਂ ਨਾਲ ਪ੍ਰਚਾਰ ਵੀ ਕੀਤਾ। ਦੇਖੋ ਜੀ, ਜਿਹੜੀਆਂ ਸੈਂਟਰ ਦੀਆਂ ਜਾਂ ਪੰਜਾਬ ਦੀਆਂ ਇਹ ਜਿਹੜਾ ਸਿਸਟਮ ਹੈ ਨਾ ਜੀ, ਇਹ ਜਿਹੜੀਆਂ ਏਜੰਸੀਆਂ ਨੇ ਇੱਕ ਪਾਲਿਸੀ ਇਹਨਾਂ ਨੂੰ ਉੱਪਰੋਂ ਬਣ ਕੇ ਆਉਂਦੀ ਹੈ ਕਿ ਅੱਜ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਕਿ ਪੰਜਾਬ ਦੇ 13 MP ਨੇ। ਹਾਂਜੀ। ਸਰਦਾਰ ਮਾਨ ਸਾਹਿਬ ਨੂੰ ਛੱਡ ਕੇ 12 MP ਨੇ। ਕਿਸੇ ਦਾ ਅੱਜ ਚਰਚਾ ਹੁੰਦੀ ਹੈ? ਕਿੱਥੇ ਆ? ਨਹੀਂ। ਕੌਣ ਕੀ ਬੋਲ ਰਿਹਾ? ਅੱਜ ਪੂਰੇ ਭਾਰਤ ਨੂੰ ਛੱਡ ਦੋ, ਪੂਰੇ ਵਰਲਡ ਲੈਵਲ ਦੀ ਜਿਹੜੀ ਨਜ਼ਰ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਟਿਕੀ ਹੋਈ ਹੈ ਕਿ ਉਹ ਕੀ ਬੋਲ ਰਹੇ ਨੇ, ਕੀ ਨਹੀਂ ਬੋਲ ਰਹੇ। ਉਹਦਾ ਕਾਰਨ ਇੱਕੋ ਹੀ ਹੈ ਕਿ ਅੰਤਰਰਾਸ਼ਟਰੀ ਜਿਹੜਾ ਸਿੱਖਾਂ ਦਾ ਲੀਡਰ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ, ਜਿਹਦੀ ਜਿੱਤ ਦੀ ਖੁਸ਼ੀ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਮਨਾਈ ਗਈ। ਹਾਂਜੀ। ਜਿਹੜੇ ਵਿਵਾਦ ਖੜੇ ਕੀਤੇ ਜਾ ਰਹੇ ਆ ਉਹਨਾਂ ਦਾ ਤਾਂ ਕਾਰਨ ਇੱਕੋ ਹੀ ਹੈ ਕਿ ਸੰਗਰੂਰ ਦੀ ਜਿਹੜੀ ਸਾਡੀ ਬੀਬੀ ਗਗਨ ਅਨਮੋਲ ਮਾਨ ਜੀ ਰਾਜਧਾਨੀ ਕਹਿੰਦੀ ਹੈ ਸੰਗਰੂਰ ਦੀ, ਉਹ ਰਾਜਧਾਨੀ ਤੋਂ ਹਾਰ ਚੁੱਕੇ ਨੇ। ਤੇ ਉਹ ਹੁਣ ਕਹਿੰਦੇ ਵੀ ਸਾਟੀ ਕਸੂਤੀ ਲੱਗੀ ਇਹਨਾਂ ਦੇ, ਕਿਉਂਕਿ ਇਹ ਹਾਰਨ ਦੇ ਨਾਲ ਇਹ ਹੁਣ ਗੁਜਰਾਤ 'ਚੋਂ ਵੀ ਹਾਰਨਗੇ ਤੇ ਹਿਮਾਚਲ 'ਚੋਂ ਵੀ ਹਾਰ ਰਹੇ ਨੇ। ਤੇ ਦਿੱਲੀ ਦਾ ਹਾਲ, ਸਾਨੂੰ ਦਿੱਲੀ ਮਾਡਲ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਹੈ। ਉਹਦੇ ਕਰਕੇ ਇਹਨਾਂ ਨੂੰ ਜਿਹੜੀ ਹੁਣ ਜਿੱਤ ਹੈ ਉਹ ਬਰਦਾਸ਼ਤ ਨਹੀਂ ਹੋ ਰਹੀ। ਜਿਹੜੀ ਹਾਰ ਸਵੀਕਾਰ ਨਹੀਂ ਕਰ ਰਹੇ, ਉਹ ਬਾਰ-ਬਾਰ ਇਹਨਾਂ ਚੀਜ਼ਾਂ ਦੇ ਆ ਕੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਨੇ, ਜਿਨ੍ਹਾਂ ਦਾ ਸਿੱਟਾ ਕੁਛ ਨਹੀਂ ਆ, ਉਹ ਤੁਹਾਡੇ ਸਾਹਮਣੇ ਇਲੈਕਸ਼ਨ ਦੇ ਵਿੱਚ ਆ ਜਾਣਾ। ਵੀ ਜੀ ਇੱਕ ਗੱਲ ਆ, ਉਹ ਤਾਂ ਇਹ ਰੌਲਾ ਪਾ ਰਿਹਾ ਕਿ ਦੀਪ ਸਿੱਧੂ ਦੀ ਤੇ ਸਿੱਧੂ ਮੂਸੇਵਾਲੇ ਦੀ ਜਿਹੜੀ ਡੈਥ ਆ ਉਹਦਾ ਬਹੁਤ ਜ਼ਿਆਦਾ ਫਾਇਦਾ ਮਿਲਿਆ ਸਿਮਰਨਜੀਤ ਸਿੰਘ ਮਾਨ ਜੀ ਨੂੰ। ਹਾਂਜੀ, ਜਿਹੜੇ ਕੌਮਾਂ ਦੇ ਸ਼ਹੀਦ ਹੁੰਦੇ ਆ ਜਾਂ ਯੋਧੇ ਹੁੰਦੇ ਆ ਉਹ ਕੌਮਾਂ ਨੂੰ ਉਤਸ਼ਾਹਿਤ ਕਰਦੇ, ਜਿੰਦਾ ਰੱਖਦੇ, ਉਹਨਾਂ ਨੂੰ ਹਮੇਸ਼ਾ ਫਾਇਦੇ ਹੁੰਦੇ ਆ। ਪਰ ਜੇ ਅਸੀਂ ਇਹਨਾਂ ਦਾ ਜਿਹੜਾ ਸਵਾਲ ਇਹ ਕਰਦੇ ਜਾਂ ਇਹ ਗੱਲ ਕਹਿੰਦੇ ਆ ਉਹਨੂੰ ਵਿਚਾਰ ਕੇ ਸੋਚੀ ਤਾਂ ਇਹ ਕਹਿੰਦੇ ਆ ਕਿ ਤੁਸੀਂ ਉਹਨਾਂ ਦੇ ਨਾਮ ਤੇ ਸਿਆਸਤ ਕੀਤੀ। ਹਾਂਜੀ। ਤਾਂ ਫਿਰ ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਮਰਨ ਕਿਉਂ ਦਿੱਤਾ? ਕਿਉਂਕਿ ਸੈਂਟਰ, ਜੇ ਅਸੀਂ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਸੈਂਟਰ ਨੇ ਜਿਹੜੀ ਉਹਨਾਂ ਦੀ ਇੰਟੈਲੀਜੈਂਸੀ ਹੈ ਤਾਂ ਸਿੱਧੂ ਮੂਸੇਵਾਲੇ ਦੀ 2 ਦਿਨ ਪਹਿਲਾਂ ਉਹਨਾਂ ਨੇ ਚੀਫ ਸੈਕਟਰੀ ਨੂੰ ਮੈਸੇਜ ਲਾਤਾ ਸੀ IB ਨੇ ਕਿ ਸਿੱਧੂ ਮੂਸੇਵਾਲੇ ਦੇ ਉੱਪਰ ਹਮਲਾ ਹੋਣਾ ਹੈ। ਤਾਂ ਜਦੋਂ ਸੈਂਟਰ ਦੀ IB ਏਜੰਸੀ ਨੇ ਚੀਫ ਸੈਕਟਰੀ ਨੂੰ ਸੁਨੇਹਾ ਲਾ ਦਿੱਤਾ ਤਾਂ ਸਟੇਟ ਦਾ ਫਰਜ਼ ਕੀ ਰਹਿ ਗਿਆ? ਉੱਥੇ ਸਟੇਟ ਨੇ ਕੀ ਸਿਕਿਉਰਿਟੀ ਕੀਤੀ? ਉਲਟਾ ਉਹਦੀ ਸਿਕਿਉਰਿਟੀ ਵਾਪਸ ਲੈ ਕੇ ਆਪਦੀ ਵਾਹਵਾ ਖੱਟਣ ਵਾਸਤੇ ਜਨਤਕ ਕਰਨਾ, ਜਿਹੜਾ ਕਿ ਇੱਕ ਪ੍ਰਾਈਵੇਸੀ ਪਾਰਟ ਹੈ। ਤੁਸੀਂ ਸਿਕਿਉਰਿਟੀ ਕਿਸੇ ਦੀ ਘਟਾ ਸਕਦੇ ਹੋ, ਵਧਾ ਸਕਦੇ ਹੋ, ਉਹ ਸਟੇਟ ਨੇ ਦੇਖਣਾ ਹੁੰਦਾ ਹੈ। ਪਰ ਕਿਸੇ ਦੀ ਸਿਕਿਉਰਿਟੀ ਨੂੰ ਜਨਤਕ ਕਰਨਾ, ਇਹ ਕਿੱਥੋਂ ਦੀ ਕਾਨੂੰਨ ਰਹਿ ਗਿਆ? ਇਹ ਕਿੱਥੋਂ ਦੀ ਸਿਆਸਤ ਹੈ ਜਾਂ ਇਹ ਕਿਹੜਾ ਰਾਜ ਹੈ ਇਹਨਾਂ ਦਾ? ਜਿਹੜਾ ਅੱਜ ਉਸ ਤੋਂ ਬਾਅਦ ਹਾਈ ਕੋਰਟ ਨੇ ਫਟਕਾਰ ਲਾਈ ਹੈ ਕਿ ਦੱਸੋ ਇਹ ਜਿਹੜੀ ਸਿਕਿਉਰਿਟੀ ਲੀਕ ਹੋਣ ਵਾਲੀ ਗੱਲ ਆ ਉਹ ਕਿਹਨੇ ਕੀਤੀ?
ਤਾਂ ਅੱਜ ਸਰਕਾਰ ਨੂੰ ਕਟਹਿਰੇ ਵਿੱਚ ਖੜਨਾ ਪੈ ਰਿਹਾ ਹੈ ਤੇ ਅੱਜ ਉਸ ਤੋਂ ਬਾਅਦ 'ਚ ਉਹ ਨੌਜਵਾਨ ਨੂੰ ਸ਼ਰੇਆਮ ਮਾਰਿਆ ਜਾਂਦਾ ਹੈ ਤੇ ਉੱਥੇ ਅੱਜ ਝੂਠੇ ਮੁਕਾਬਲੇ ਬਣਾ ਕੇ ਇਹ ਕਹਿ ਰਹੇ ਆ ਭਗਵੰਤ ਸਿੰਘ ਕਿ ਹਾਂਜੀ ਅਸੀਂ ਤਾਂ ਆਪਦੇ ਭਰਾ ਦਾ ਇਨਸਾਫ ਲੈ ਲਿਆ। ਕਿਹੜਾ ਇਨਸਾਫ? ਜਿਹੜਾ ਡੀਜੀਪੀ ਪੰਜਾਬ ਪੁਲਿਸ ਦਾ ਸਿੱਧੂ ਮੂਸੇਵਾਲੇ ਦਾ ਮੁਕਾਬਲੇ ਦਿਨ ਕਹਿ ਰਿਹਾ ਸੀ ਕਿ AK-47 ਵਰਤੀ ਗਈ ਹੈ ਜਿਹਦੇ ਵਿੱਚ ਕਾਰਤੂਸ ਸਰਕਾਰੀ ਵਰਤੇ ਗਏ ਨੇ, ਤਾਂ ਦੱਸੋ ਸਰਕਾਰੀ ਕਾਰਤੂਸ ਆਏ ਕਿੱਥੋਂ? ਉਹਦੀ ਜਾਂਚ ਕਿਉਂ ਨਹੀਂ ਕੋਈ ਕਰ ਰਿਹਾ? ਦੂਜੇ ਦਿਨ ਡੀਜੀਪੀ ਬਿਆਨ ਚੇਂਜ ਕਰਕੇ ਕਹਿੰਦਾ AK-94 ਸੀ ਤੇ ਉਹੀ AK-47 ਫਿਰ ਕਹਿ ਰਿਹਾ ਜਾ ਕੇ ਕਿ ਇਹ ਰੂਪਾ ਤੇ ਕੁੱਸੇ ਕੋਲ ਜਿਹੜੀ ਹੈ ਮੰਨੇ ਹੋਰ ਕੋਲ ਜਿਹੜੇ ਮੁਕਾਬਲਾ ਝੂਠਾ ਬਣਾਇਆ ਗਿਆ ਉਹਨਾਂ ਕੋਲੋਂ ਮਿਲੀ ਹੈ। ਤੁਸੀਂ ਦੱਸੋ ਇੱਕ AK-47 ਚਲਾਉਣ ਵਾਲਾ ਨੌਜਵਾਨ ਨੂੰ ਪੁਲਿਸ ਕਿਵੇਂ ਮਾਰ ਦੂਗੀ? ਕਿਹੜੇ ਤਰੀਕੇ ਨਾਲ ਇਹ ਕਿਹੜਾ ਲਾ ਆਰਡਰ ਹੈਗਾ ਜਿਹੜਾ ਬੱਤਰ ਹੁੰਦਾ ਜਾ ਰਿਹਾ ਹੈ? ਸਾਨੂੰ ਸਮਝ ਨਹੀਂ ਆਉਂਦੀ ਇਹ ਸਰਕਾਰ ਕਿਸ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ। ਇੱਕ ਭਗਵੰਤ ਸਿੰਘ ਜੀ ਦੀ ਆਪਦੀ ਵੀਡੀਓ ਕਹਿ ਰਿਹਾ ਕਿ ਇੱਥੇ ਸਰਕਾਰ ਨਹੀਂ ਚੱਲਦੀ ਤੇ ਡਰਾਮਾ ਚੱਲ ਰਿਹਾ ਹੈ। ਉਹ ਸੱਚੀ ਸਾਬਤ ਹੋ ਗਿਆ ਕਿ ਇਹ ਡਰਾਮਾ ਚੱਲ ਰਿਹਾ ਹੈ। ਵੀਰ ਜੀ ਉਹ ਤਾਂ ਵਿਰੋਧੀ ਤਾਂ ਇਹ ਇਲਜ਼ਾਮ ਵੀ ਲਾ ਰਿਹਾ ਵੀ ਜਿਹੜੇ ਸਿਮਰਨਜੀਤ ਮਾਨ ਸਾਹਿਬ ਨੇ ਵੀ ਉਹੀ ਏਜੰਸੀਆਂ ਦੇ ਬੰਦੇ ਆ ਵੀ ਉਹ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਦੇ ਆ ਬਿਆਨਬਾਜ਼ੀ ਕਰਕੇ। ਹਾਂਜੀ, ਇਹ ਤੁਹਾਡਾ ਸਵਾਲ ਬਹੁਤ ਅੱਛਾ ਕੀਤਾ। ਜਿਹੜੇ ਏਜੰਸੀਆਂ ਦੇ ਬੰਦੇ ਹੁੰਦੇ ਆ ਉਹ ਆਨੰਦ ਮਾਣਦੇ ਆ, ਉਹ ਕੁਰਸੀਆਂ ਦਾ ਅਹੁਦਿਆਂ ਦਾ ਆਨੰਦ ਮਾਣਦੇ ਆ, ਉਹ ਰਾਜ ਭਾਗ ਭੋਗਦੇ ਹੁੰਦੇ ਆ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਜਿਹੜਾ ਇੱਕ ਆਪਾਂ ਨੇ ਕੋਈ ਨੌਕਰੀ ਤੇ ਰੱਖਿਆ ਬੰਦਾ, ਆਪਾਂ ਉਹਨੂੰ ਤਨਖਾਹ ਦਿੰਨੇ ਆ, ਆਪਣਾ ਉਹ ਕੰਮ ਕਰਦਾ ਹੈ, ਕਿ ਆਪਾਂ ਉਹ ਆਪਦਾ ਘਰ-ਬਾਰ ਉਜਾੜਾਂਗੇ ਪੌਦਾ? ਜੇ ਸਿਮਰਨਜੀਤ ਸਿੰਘ ਮਾਨ ਏਜੰਸੀਆਂ ਦਾ ਬੰਦਾ ਫਿਰ ਤੇ ਨਹੁੰ ਕਿਉਂ ਖਿੱਚੇ? ਜੇ ਸਿਮਰਨਜੀਤ ਸਿੰਘ ਮਾਨ ਏਜੰਸੀਆਂ ਦਾ ਬੰਦਾ ਤਾਂ ਪਰਿਵਾਰ ਖੇਰੂ ਕਿਉਂ ਹੋਇਆ? ਜੇ ਸਿਮਰਨਜੀਤ ਸਿੰਘ ਮਾਨ ਏਜੰਸੀਆਂ ਦਾ ਬੰਦਾ ਹੈ ਤਾਂ ਉਹਦੇ ਪਰ ਦੇਸ਼ ਧਰੋਹੀ ਦੇ 75 ਕੇਸ ਕਿਉਂ ਪਾਏ ਗਏ? ਅੱਜ ਜਿਹੜਾ ਬੰਦਾ ਚੱਕ ਕੇ ਕਹਿੰਦਾ ਏਜੰਸੀਆਂ ਦੇ ਬੰਦੇ ਤਾਂ ਉਹ ਨੇ ਜਿਹੜੇ ਅੱਜ ਬਾਹਰ ਫਿਰਦੇ ਨੇ। ਇੱਥੇ ਪ੍ਰਗਿਆ ਸਾਧ ਵੀ ਵਰਗੀਆਂ 100 ਬੰਬ ਬਲਾਸਟਿਕ ਵਰਗ ਕੇ ਬਾਹਰ ਫਿਰਦੀਆਂ ਨੇ। ਏਜੰਸੀਆਂ ਦੇ ਬੰਦੇ ਤਾਂ ਉਹ ਨੇ। ਵੀਰ ਜੇਕਰ ਆਪਾਂ ਇਹ ਜ਼ਮੀਨੀ ਵਿਵਾਦ ਜਿਹੜਾ ਚੱਲ ਰਿਹਾ ਵੀ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ ਜੀ, ਜਿੱਦਾਂ ਦਾ ਬੰਦਾ ਆਪ ਹੁੰਦਾ ਨਾ ਉਦਾਂ ਦੀ ਉਹਨੂੰ ਅੱਗੇ ਦੀਨਾ ਹੁੰਦਾ ਹੈ। ਹਾਂਜੀ, ਅਸੀਂ ਪਹਿਲਾਂ ਵੀ ਸਪਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਅਸੀਂ ਜਿਸ ਦਿਨ ਇਹ ਵਿਵਾਦ ਸਾਰਾ ਜ਼ਮੀਨ ਵਾਲਾ ਜਾ ਕੇ ਕੁਲਦੀਪ ਸਿੰਘ ਧਾਲੀਵਾਲ ਤੇ CM ਸਾਹਿਬ ਜਾ ਕੇ ਉੱਥੇ ਬੈਠੇ ਨੇ, ਉੱਥੇ ਉਹ ਵੀ ਇੱਕ ਭੇਡਾਂ ਵਾਂਗੂ ਚਰ ਕੇ ਜੇ ਆ ਗਏ ਹਨ, ਉੱਥੇ ਪ੍ਰੈਸ ਕਾਨਫਰੰਸ ਕਰ ਲਈ, ਮੀਡੀਆ ਨਾਲ ਲੈ ਗਏ। ਤੁਸੀਂ ਇੱਕ ਚੀਜ਼ ਦੱਸੋ ਵੀ ਜਿਹੜਾ ਜ਼ਮੀਨ ਤੇ ਕਬਜ਼ਾ ਹੈ ਉਹ ਹੁੰਦਾ ਕਿਵੇਂ ਹੈ? ਕੀ ਉਸ ਜ਼ਮੀਨ ਦੇ ਵਿੱਚ ਕੋਈ ਫਸਲ ਬੀਜੀ ਹੈ, ਕੋਈ ਬਾਗ ਲਾਇਆ ਹੈ, ਜਾਂ ਉਹਦੇ ਉੱਪਰ ਆਲੇ-ਦੁਆਲੇ ਬਾਉਂਡਰੀ ਕਰਕੇ ਗੇਟ ਲੱਗਿਆ ਹੋਇਆ, ਜਿਹੜਾ ਬਲਡੋਜ਼ਰ ਲੈ ਕੇ ਕਿ ਉਹਦੇ ਨਾਲ ਕਿੰਨੀਆਂ ਕੋਠੀਆਂ ਢਾਈਆਂ ਗਈਆਂ? ਤੁਸੀਂ ਦੱਸੋ ਕਬਜ਼ਾ ਬੰਦੇ ਨੇ ਕਿੱਥੇ ਕੀਤਾ ਹੈ? ਜਿਹੜੀ ਇਹ ਇੱਕ ਮੈਂ ਤੁਹਾਨੂੰ ਇੱਕ ਚੀਜ਼ ਦੱਸ ਰਿਹਾ, ਜਿਹੜੀ ਇਹ ਕਹਿੰਦੇ ਨੇ ਜੀ ਅਸੀਂ 125 ਏਕੜ ਜ਼ਮੀਨ ਛਡਾ ਲਈ, 125 ਏਕੜ ਉਹ ਸਾਨੂੰ ਵੀ ਦੱਸੋ ਵੀ ਹੈ ਕਿੱਥੇ ਹੈ? ਕੀ ਤੁਸੀਂ 125 ਏਕੜ ਜਿਹੜੀ ਕਹਿ ਰਹੇ ਹੋ ਇਹ 125 ਏਕੜ ਨਹੀਂ ਹੈਗੀ? ਕਿ ਆ ਜਿਹੜੀ ਲਿਸਟ ਮੈਂ ਹੂਬ ਚੱਕ ਲੈ ਕੇ ਆਇਆ ਇਹ ਉਹੀ ਹੈ ਜਿਹੜੀ ਕੁਲਦੀਪ ਸਿੰਘ ਧਾਲੀਵਾਲ ਦਿਖਾ ਰਹੇ ਸੀ। ਭਗਵੰਤ ਸਿੰਘ ਜੀ, ਇਹ ਪ੍ਰਿੰਟ ਆਊਟ ਕੰਪਿਊਟਰ ਦਾ ਕੱਢਿਆ ਹੋਇਆ ਹੈ, ਨਾ ਕਿ ਇਹ ਜਮਾਬੰਦੀ ਹੈ, ਨਾ ਕੋਈ ਫਰਦ ਹੈ। ਇਹ 125 ਨਹੀਂ। ਇੱਕ ਗੱਲ ਹੋਰ, ਜੇ ਤੁਸੀਂ ਐਡੇ ਪੜ੍ਹੇ ਲਿਖੇ ਸੀ, ਤੁਸੀਂ ਫਰਦ ਕਢਾ ਕੇ ਲੈ ਕੇ ਆਉਂਦੇ, ਪਟਵਾਰੀ ਨਾਲ ਲੈ ਕੇ ਆਉਂਦੇ, ਕੰਨਗੋ ਨਾਲ ਲੈ ਕੇ, ਸਾਨੂੰ ਵੀ ਪਤਾ ਲੱਗਦਾ ਸੀ ਕਬਜ਼ਾ ਕਿੰਨੀ ਜ਼ਮੀਨ ਤੇ ਕੀਤਾ ਹੈ। ਦੂਜੀ ਗੱਲ, ਆ ਜਿਹੜਾ ਤੁਸੀਂ ਉੱਥੇ ਬੋਲ ਰਹੇ ਹੋ ਨਾ ਮੀਡੀਆ ਵਿੱਚ ਬਾਰ-ਬਾਰ ਕਿ 2828 ਏਕੜ ਛਡਾ ਲਈ, ਇਹਦਾ ਜੋੜ ਕਰਕੇ ਦੇਖ ਲਿਓ, ਘਰੇ ਕਿਸੇ ਸਿਆਣੇ ਪੜ੍ਹੇ ਲਿਖੇ ਬੰਦੇ ਕਰਾ ਲਿਓ, 1501 ਬਣਦਾ ਹੈ। ਦੂਸਰੀ ਗੱਲ, ਇਹ 2828 ਏਕੜ ਨਹੀਂ 2828 ਬਿੱਗੇ ਹੈ। ਠੀਕ ਹੈ ਵੀਰ ਜੀ। ਕਿਉਂਕਿ ਅਸੀਂ ਧਾਲੀਵਾਲ ਸਾਹਿਬ ਤੁਸੀਂ ਮੰਤਰੀ ਬਣਾਏ ਗਏ ਹੋ, ਪਤਾ ਨਹੀਂ ਕਿਹੜੀਆਂ ਸਿਫਾਰਸ਼ਾਂ ਰਾਹੀਂ ਤੁਹਾਨੂੰ ਮੰਤਰੀ ਮੰਡਲ ਦੇਤਾ। ਜਿਹੜਾ ਪਹਾੜੀ ਏਰੀਆ ਜਿੱਥੇ ਤੁਸੀਂ ਛੋਟੀ ਬੜੀ ਨੰਗਲ ਦੀ ਗੱਲ ਕਰਦੇ ਹੋ, ਉੱਥੇ ਜ਼ਮੀਨ ਕਿੱਲਿਆਂ ਵਿੱਚ ਨਹੀਂ ਹੈ, ਉੱਥੇ ਜ਼ਮੀਨ ਜਿਹੜੀ ਆ ਉਹ ਬਿੱਗਿਆਂ ਵਿੱਚ ਮਿਣੀ ਜਾਂਦੀ ਹੈ ਤੇ ਕਨਾਲਾਂ ਵਿੱਚ ਮਿਣੀ ਜਾਂਦੀ ਹੈ। ਤੇ ਤੁਸੀਂ ਏਕੜਾਂ ਹਿਸਾਬ ਨਾਲ ਕਿਹੜੇ ਹਿਸਾਬ ਨਾਲ ਗੱਲ ਕਰ ਲਈ? ਉਸ ਛੋਟੀ ਬੜੀ ਨੰਗਲ ਦੀ ਜਿਹੜੀ ਪਿੰਡ ਦੀ ਵਸੋਂ ਹੈ ਉਹ 60 ਕਿੱਲਿਆਂ 'ਚ ਹੈ। ਜਿਹੜੇ ਪਿੰਡ ਦੀ ਵਸੋਂ 60 ਕਿੱਲਿਆਂ 'ਚ ਹੈ ਤਾਂ ਉੱਥੇ 2828 ਏਕੜ ਪੰਚਾਇਤੀ ਕਿਵੇਂ ਹੋਊਗੀ? ਹੁਣ ਅਸੀਂ ਉਸ ਦਿਨ ਵੀ ਇਹ ਜਿਸ ਦਿਨ ਪ੍ਰੈਸ ਕਾਨਫਰੰਸ ਸਾਡੀ ਸੀਨੀਅਰ ਲੀਡਰਸ਼ਿਪ ਨੇ ਕੀਤੀ ਸੀ, ਅਸੀਂ ਇਹ ਦਾਅਵਾ ਕੀਤਾ ਸੀ ਕਿ ਅਸੀਂ ਅੱਜ ਵੀ ਕਹਿੰਦੇ ਆ
ਕਿ ਜੇ ਸਰਦਾਰ ਇਮਾਨ ਸਿੰਘ ਮਾਨ ਨੇ ਜਾਂ ਮਾਨ ਸਾਹਿਬ ਦੇ ਪਰਿਵਾਰ ਨੇ ਕਿਤੇ ਜ਼ਮੀਨ ਨੱਪੀ ਹੈ, ਤੁਸੀਂ ਸਾਨੂੰ ਉਹਦੇ ਬਾਏ ਪ੍ਰੂਫ ਦਿਓ। ਫਿਰ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਇਕੱਲੀ ਜ਼ਮੀਨ ਛਡਾਓ, ਅਸੀਂ ਕਹਿੰਦੇ ਤੁਸੀਂ ਇਮਾਨ ਸਿੰਘ ਮਾਨ ਸਮੇਤ ਪਰਿਵਾਰ ਤੇ ਪਰਚੇ ਪਾ ਕੇ ਉਹਨੂੰ ਜੇਲ੍ਹ 'ਚ ਕਿਉਂ ਨਹੀਂ ਸੁੱਟਦੇ। ਸਿਰਫ ਇਕੱਲੀ ਸ਼ੋਹਰਤ ਉੱਥੇ ਮੀਡੀਆ ਲਿਜਾ ਕੇ ਤੁਸੀਂ ਹਾ ਹਾ ਹੂ ਹੂ ਕਰਕੇ ਆ ਗਏ। ਉਹ ਜਿਹੜੇ ਅੱਜ ਕੱਲ ਸਾਡੇ ਪਾਰਟੀ ਦੇ ਜਥੇਬੰਦਕ ਸਕੱਤਰ ਗੋਬਿੰਦ ਸਿੰਘ ਜੀ ਨੇ, ਜੋ ਮਾਨ ਸਾਹਿਬ ਦੇ ਦੋਹਤਾ ਨੇ, ਉੱਥੇ ਸਾਰਾ ਪਿੰਡ ਇਕੱਠਾ ਹੋਇਆ ਹੈ। ਉਹਨਾਂ ਨੇ ਖੁਦ ਆਪ ਕਿਹਾ ਕਿ ਸਰਦਾਰ ਇਮਾਨ ਸਿੰਘ ਮਾਨ ਨੇ ਇਹ ਜਿਹੜੀ ਜ਼ਮੀਨ ਖਰੀਦੀ ਹੈ ਉਹਨਾਂ ਦੀ ਵਾਈਫ ਦੇ ਨਾਂ 10-11 ਕਿੱਲੇ ਉਹ ਮੁੱਲ ਖਰੀਦੀ ਹੈ ਕਿਸੇ ਤੋਂ। ਠੀਕ ਹੈ। ਅੱਜ ਮੰਨ ਕੇ ਚਲੋ ਮੇਰੇ ਕੋਲ ਕਿੱਲਾ ਜ਼ਮੀਨ ਹੈ, ਮੈਨੂੰ ਜ਼ਰੂਰਤ ਪੈ ਗਈ, ਮੈਂ ਵੇਚਤੀ। ਅਗਰ ਤੁਸੀਂ ਉਹ ਜ਼ਮੀਨ ਪੈਸੇ ਦੇ ਕੇ ਖਰੀਦਦੇ ਹੋ, ਕੀ ਤੁਸੀਂ ਇਹ ਚੋਰ ਹੋ? ਤੁਸੀਂ ਫਿਰ ਇਹ ਗੱਲ ਨੂੰ ਮੰਨਦੇ ਨਹੀਂ ਵੀ 125 ਏਕੜ ਦਾ ਕੋਈ ਇਦਾਂ ਦਾ ਨਜਾਇਜ਼ ਕਬਜ਼ਾ ਨਹੀਂ ਹੈਗਾ ਉੱਥੇ ਹੀ? ਨਹੀਂ, 125 ਏਕੜ ਤਾਂ ਜ਼ਮੀਨ ਹੀ ਨਹੀਂ ਉੱਥੇ 1.25 ਹੈ। ਠੀਕ ਹੈ। ਜਿਹਨੂੰ ਇਸ ਅਨਪੜ੍ਹ ਟੋਲੇ ਨੇ 125 ਏਕੜ ਬਣਾ ਦਿੱਤਾ। 1.25 ਸਵਾ ਕਿੱਲਾ ਜਿਹੜਾ ਸਰਦਾਰ ਇਮਾਨ ਸਿੰਘ ਮਾਨ ਨੂੰ ਦਾਦੇ ਲਾਹੀ ਜ਼ਮੀਨ ਚੋਂ ਆਉਂਦਾ ਹੈ। ਠੀਕ ਹੈ। ਕੀ ਦਾਦੇ ਲਾਹੀ ਜ਼ਮੀਨ ਰੱਖਣੀ ਗੁਨਾਹ ਹੈ? ਇੱਕ ਗੱਲ ਮੈਨੂੰ ਵੀਰੇ ਹੋਰ ਦੱਸੋ, ਇੱਕ ਹੋਰ ਗੱਲ ਕਹੀ ਜਾ ਰਹੀ ਹੈ ਵੀ ਇਹਨਾਂ ਕੋਲ 3000 ਏਕੜ ਜ਼ਮੀਨ ਆ ਜੀ। ਉਹ 3000 ਏਕੜ ਜ਼ਮੀਨ ਉਹਨਾਂ ਨੇ ਕਦੋਂ ਤੋਂ ਲੈ ਕੇ ਕਦੋਂ ਤੱਕ ਬਣਾਈ ਹੈ ਜੀ? ਦੇਖੋ, ਤੁਸੀਂ ਸਰਦਾਰ ਮਾਨ ਸਾਹਿਬ ਦੀ ਸਪੀਚਾਂ ਸੁਣਦੇ ਹੋ ਤਾਂ ਸਰਦਾਰ ਮਾਨ ਸਾਹਿਬ ਪਾਕਿਸਤਾਨ ਦੇ ਰਹਿਣ ਵਾਲੇ ਸੀ। ਠੀਕ ਹੈ। ਤੇ ਜਿਹੜੇ ਇਹਨਾਂ ਦੇ ਵੱਡੇ ਵਡੇਰੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਨਾਲ ਰਹਿੰਦੇ ਰਹੇ ਨੇ। ਠੀਕ ਹੈ ਜੀ। ਸਰਦਾਰ ਮਾਨ ਸਾਹਿਬ ਦੇ ਜਿਹੜੇ ਦਾਦਾ ਜੀ ਸੀ ਤੇ ਉਹ ਤਾਂ ਲਾਹੌਰ ਦੇ ਐਮਪੀ ਰਹਿ ਚੁੱਕੇ ਨੇ, ਸਪੀਕਰ ਰਹਿ ਚੁੱਕੇ ਨੇ। ਕਿ ਜਿਹੜਾ ਪਰਿਵਾਰ ਸ਼ੁਰੂ ਤੋਂ ਖਾਨਦਾਨੀ ਹੈ, ਜੇ ਉਹਨਾਂ ਕੋਲ 3000 ਏਕੜ ਹੈ ਤਾਂ ਕਿਉਂ ਕਿਸੇ ਦੱਬੀ ਥੋੜਾ। ਠੀਕ ਹੈ। ਤੇ ਇੱਥੇ ਲੋਕਾਂ ਕੋਲੇ ਤੁਸੀਂ ਇੱਕ ਚੀਜ਼ ਹੋਰ ਨੋਟ ਕਰ ਲਿਓ, ਅਸੀਂ ਚੈਲੰਜ ਕਰਦੇ ਹਾਂ ਭਗਵੰਤ ਸਿੰਘ ਨੂੰ, ਤੁਸੀਂ ਆਪਦੇ ਮਿਨਿਸਟਰਾਂ ਦੀਆਂ ਆਪਦੀਆਂ ਜਾਇਦਾਦਾਂ ਕੱਢੋ। ਜਦੋਂ ਤੁਸੀਂ ਆਮ ਕਮੇਡੀਅਨ ਸੀ, ਤੁਸੀਂ ਆਮ ਘਰਾਂ ਦੇ ਮੁੰਡੇ ਸੀ, ਉਸ ਟਾਈਮ ਦੀਆਂ ਫਰਦਾਂ ਚੱਕੋ ਤੇ ਅੱਜ ਦੀਆਂ ਫਰਦਾਂ ਚੱਕ ਲਓ। 3 ਮਹੀਨਿਆਂ ਵਿੱਚ ਤੁਹਾਡੇ ਕੋਲ ਪ੍ਰਾਪਰਟੀਆਂ ਕਿੱਥੋਂ ਆ ਗਈਆਂ? ਅਸੀਂ ਹਰ ਸਾਲ ਇਲੈਕਸ਼ਨ ਲੜਦੇ ਸਰਦਾਰ ਮਾਨ ਸਾਹਿਬ, ਅਸੀਂ ਹਰ ਸਾਲ ਜਦੋਂ ਵੀ ਅਸੀਂ ਕੋਈ ਇਲੈਕਸ਼ਨ ਲੜਦੇ ਤਾਂ ਅਸੀਂ ਸਰਕਾਰ ਦੇ ਅੱਗੇ ਪੇਪਰ ਪੇਸ਼ ਕਰਦੇ ਹਾਂ ਕਿ ਸਾਡੀ ਆਹ ਪ੍ਰਾਪਰਟੀ ਹੈ, ਤਾਂ ਤੁਸੀਂ ਉਹ ਚੈੱਕ ਕਰ ਲਿਓ। ਹਰ ਸਾਲ ਸਾਡੀ ਪ੍ਰਾਪਰਟੀ ਘਟਦੀ ਰਹੀ ਹੈ। ਜੇ ਅੱਜ ਸਰਦਾਰ ਇਮਾਨ ਸਿੰਘ ਮਾਨ ਦੇ ਕੋਲੇ ਜ਼ਮੀਨ ਨੱਪੀ ਹੁੰਦੀ ਕਿ ਜਿਹੜੀਆਂ ਸੈਂਟਰ ਹੈ ਆਈਬੀ ਦੀਆਂ ਰੇਡਾਂ ਸੋਨੀਆ ਗਾਂਧੀ ਦੇ ਪੈ ਰਹੀਆਂ ਨੇ, ਵੱਡੇ ਵੱਡੇ ਲੀਡਰ ਪੈਰਾਂ 'ਚ ਬੈਠ ਰਹੇ ਨੇ ਬੀਜੇਪੀ ਦੇ, ਕਿ ਆਈਬੀ ਜਾਂ ਜਿਹੜੀ ਰॉ ਇੰਟੈਲੀਜੈਂਸੀ ਹੈ ਉਹ ਜਾ ਕੇ ਈਡੀ ਨੂੰ ਆਪਦੀ ਜਾਣਕਾਰੀ ਨਾ ਦਿੰਦੀ ਕਿ ਇਮਾਨ ਸਿੰਘ ਮਾਨ ਨੇ 125 ਕਿੱਲੇ ਜ਼ਮੀਨ ਨੱਪੀ, ਤੁਸੀਂ ਛਡਾਉਂਦੇ ਕਿਉਂ ਨਹੀਂ? ਤਾਂ ਕਿ ਉਹ ਪਿੰਡ ਵਾਲੇ ਝੂਠ ਬੋਲ ਰਹੇ ਨੇ। ਅਸੀਂ ਕੱਲਾ ਇਹ ਨਹੀਂ ਹੈ ਕਿ ਉੱਥੇ ਪ੍ਰੈਸ ਕਾਨਫਰੰਸ ਕਰਕੇ ਇਹ ਜਿਵੇਂ ਹਾ ਹਾ ਹੂ ਹੂ ਕਰਕੇ ਬਦਨਾਮ ਕਰਨ ਵਾਸਤੇ ਆ ਗਏ। ਅਸੀਂ ਲੀਗਲ ਤਰੀਕੇ ਨਾਲ ਇਹਨਾਂ ਦੇ ਉੱਪਰ ਜਿਹੜੀਆਂ ਉਹ ਪੁਰਾਣੇ 1947 ਤੋਂ ਲੈ ਕੇ ਕਾਗਜ਼ ਕਢਵਾ ਰਹੇ ਆ ਕਿ ਸਾਡੇ ਕੋਲੇ ਜ਼ਮੀਨ ਅਸੀਂ ਕੀ ਤੋਂ ਲਈ, ਉਹਨਾਂ ਨੇ ਕਹਾ ਕੀ ਤੋਂ ਲਈ, ਉਹਨੇ ਕੀ ਤੋਂ ਲਈ। ਇਹ ਸਾਰਾ ਅਸੀਂ 1947 ਤੱਕ ਰਿਕਾਰਡ ਚੱਕ ਕੇ ਸਰਕਾਰ ਦੇ ਅੱਗੇ ਕੋਰਟ 'ਚ ਪੇਸ਼ ਕਰਾਂਗੇ। ਤੇ ਉੱਥੇ ਭਗਵੰਤ ਸਿੰਘ ਮਾਨ ਤੇ ਜਿਹੜਾ ਕੁਲਦੀਪ ਸਿੰਘ ਧਾਲੀਵਾਲ ਹੈ, ਡੀਸੀ ਤੇ ਐਸਐਸਪੀ ਨੂੰ ਘੜੀਸ ਕੇ ਉੱਥੇ ਲੈ ਕੇ ਜਾਵਾਂਗੇ ਜਾਂ ਜਨਤਕ ਤੌਰ ਤੇ ਮਾਫੀ ਮੰਗਣਗੇ, ਨਹੀਂ ਫਿਰ ਕਟਹਿਰੇ 'ਚ ਸਜ਼ਾ ਕਰਾ ਕੇ ਅੰਦਰ ਕਰਾਂਗੇ। ਜੇਕਰ ਵੀਰ ਜੀ ਆਪਾਂ ਗੱਲ ਕਰੀਏ, ਇੱਕ ਹੋਰ ਇਲਜ਼ਾਮ ਲਾਇਆ ਜਾ ਰਿਹਾ ਵੀ ਸਿਮਰਜੀਤ ਮਾਨ ਸਾਹਿਬ ਦੀਆਂ ਨੇ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ, ਕਿੱਥੇ ਨੇ ਜੀ? ਉਹੀ ਚੀਜ਼ ਪੁੱਛੀ ਮੈਂ ਤੁਹਾਡੇ ਤੋਂ ਹੀ ਪੁੱਛਿਆ ਵੀ ਇਹ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਦੇਖੋ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਇਹਨਾਂ ਨੇ ਬਿਆਨਬਾਜ਼ੀ ਕੀਤੀ ਸੀ 125 ਏਕੜ ਵਾਲੀ, ਹਾਂਜੀ, ਉਹਦਾ ਮੈਂ ਤੁਹਾਨੂੰ ਇੱਕ ਡਾਕੂਮੈਂਟ ਇਹ ਦੱਸ ਦਿੰਦਾ ਕਿ ਇਹ ਜਿਹੜੀ ਜ਼ਮੀਨ ਹੈ ਇਹ ਹਰਿਆਣਾ ਹਾਈ ਕੋਰਟ ਦੇ ਵਿੱਚ ਸਟੇ ਦੇ ਵਿੱਚ ਪਈ ਹੈ, ਇਹਦਾ ਕੇਸ ਚੱਲ ਰਿਹਾ ਹੈ। ਜਿਹੜੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਕਿਹੜੀ ਜ਼ਮੀਨ ਦਾ ਸਟੇ ਚੱਲ ਰਹੀ ਹੈ ਕੋਰਟ ਦੇ ਵਿੱਚ, ਉਹ ਜਾ ਕੇ ਉੱਥੇ ਆਪਦੇ ਮੰਤਰੀਆਂ ਨੂੰ ਬਾਵਾ ਖੱਟਣ ਵਾਸਤੇ ਤੇ ਬਦਨਾਮ ਕਰਨ ਵਾਸਤੇ ਇੱਕ ਸ਼ਖਸੀਅਤ ਨੂੰ ਜਿਹੜੀ ਲੰਮੇ ਸਮੇਂ ਤੋਂ ਕੌਮ ਦੀ ਲੜਾਈ ਲੜਦੀ ਆ ਰਹੀ ਹੈ, ਜੇ ਜਿਹਦੇ ਉੱਪਰ ਕੋਈ ਇਲਜ਼ਾਮ ਨਹੀਂ ਲਾ ਸਕਦਾ ਤੇ ਉਹਦੀ ਜ਼ਮੀਨ ਦੇ ਵਿੱਚ ਜਾ ਕੇ ਇਹ ਵੜ ਕੇ ਉੱਥੇ ਕਹਿੰਦੇ ਨੇ ਸਾਡੀ ਜ਼ਮੀਨ ਕਬਜ਼ਾ ਕੀਤਾ ਹੋਇਆ। ਤੇ ਹਾਈ ਕੋਰਟ ਪਾਗਲ ਹੈ ਤੇ ਜਿਹਨੇ ਸਟੇ ਲਾਤੀ। ਇਹ ਇੱਕ ਮੈਂ ਕੁਲਦੀਪ ਸਿੰਘ ਜੀ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਜਿਹੜੀ ਜ਼ਮੀਨ ਦੇ ਵਿੱਚ ਸਟੇ ਲੱਗ ਜਾਵੇ ਤਾਂ ਉੱਥੇ ਕੋਈ ਧਿਰ ਨਹੀਂ ਵੜ ਸਕਦੀ, ਤਾਂ ਤੁਹਾਡੇ ਉੱਪਰ ਇਹਦਾ ਵੀ ਕੇਸ ਬਣੂਗਾ। ਦੂਜੀ ਗੱਲ, ਇੱਕ ਸਾਈਡ ਤਾਂ ਆਪਾਂ ਕਹਿ ਰਹੇ 125 ਏਕੜ ਦੇ ਉੱਪਰ ਸਟੇ ਲੱਗੀ ਹੋਈ ਆ ਹਨਾ, ਹਾਂਜੀ, ਤੇ ਆਪਾਂ ਇੱਕ ਪਾਸੇ ਕਹਿ ਰਹੇ ਵੀ 1.25 ਸਵਾ ਕਿੱਲਾ ਇਹ ਨਹੀਂ ਇਹ ਜਿਹੜੀ ਉਸ ਪਿੰਡ ਦੀ ਜਿਹੜੀ ਜ਼ਮੀਨ ਹੈ ਜੀ ਟੋਟਲ, ਹਾਂਜੀ, ਜਿਹੜੀ ਇਹ 2828 ਬੋਲ ਕੇ ਆਏ ਨੇ, ਉਹ ਇਹਦੇ ਬਕਾਇਦਾ ਜਿੰਨੀ ਵੀ ਜ਼ਮੀਨ ਹੈ ਉਹ ਪਹਾੜੀ ਜ਼ਮੀਨ ਆ, ਉਹਦਾ ਕੇਸ ਚੱਲਦਾ ਸਰਕਾਰ ਦੇ ਵਿੱਚ। ਠੀਕ ਹੈ। ਉਹ ਕੋਰਟ ਨੇ ਸਟੇ ਲਾਈ ਹੋਈ ਹੈ
ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਵੀ ਇਹਨੂੰ ਵੇਚ ਗਈਆਂ ਤੇ ਇਹ ਹੁਣ ਜਾ ਕੇ ਕਹਿੰਦੇ ਸਰਕਾਰੀ ਨੇ, ਫਿਰ ਉਹ ਲੋਕਾਂ ਦਾ ਪੈਸਾ ਕੌਣ ਵਾਪਸ ਕਰੂ? ਬਿਲਕੁਲ ਜੀ। ਇੱਕ ਤਰਫਾ ਨਾ ਕੀਤਾ ਜਾਵੇ, ਇਸ ਲਈ ਜਿਹੜੀ ਕੋਰਟ ਹੈ ਉਹਨੇ ਇਹਦੇ ਪਰ ਸਟੇ ਲਾਈ ਗਈ ਹੈ। ਜੇ ਇਹਨਾਂ ਨੂੰ ਜ਼ਮੀਨ ਛਡਾਉਣ ਦਾ ਇੰਨਾ ਹੀ ਚਾਅ ਹੈ ਤਾਂ ਤੁਹਾਡਾ ਮਿੱਤਲ ਜਿਹੜਾ ਰਾਜ ਸਭਾ ਦਾ ਮੈਂਬਰ ਤੁਸੀਂ ਜਿਤਾਇਆ RSS ਦਾ ਪੁਤਲੀ ਹੈ, ਤਾਂ ਉਹਦੇ ਕੋਲੋਂ ਜ਼ਮੀਨ ਕਦੋਂ ਛਡਵਾਓਗੇ? ਕੁਲਦੀਪ ਸਿੰਘ ਜੀ, ਜੇ ਦਮ ਹੈ ਤਾਂ ਜਾਓ ਬਲਡੋਜ਼ਰ ਲੈ ਕੇ ਨਾਲ ਲੈ ਜਾਓ, ਆਪਣੇ ਭਗਵੰਤ ਮਾਨ ਨੂੰ ਲੱਗ ਜੂ ਪਤਾ। ਤੇ ਇੱਕ ਗੱਲ ਹੋਰ, ਇਹ ਹੁਣ 1-2 ਦਿਨਾਂ ਦੇ ਵਿੱਚ ਇਹ ਬਿਆਨਬਾਜ਼ੀ ਆਊਗੀ ਕਿ ਇਹ ਜਿਹੜੀ ਜ਼ਮੀਨ ਹੈ ਜੀ ਇਹ ਪਿੰਡ ਹਰਦਾਸਪੁਰ ਦੇ ਗੁਰਦੁਆਰੇ ਦੀ ਹੈ, ਠੀਕ ਹੈ ਜੀ। ਲਵਲੀ ਯੂਨੀਵਰਸਿਟੀ ਵਾਲੀ, ਜਦ ਕਿ ਹਰਦਾਸਪੁਰ ਗੁਰਦੁਆਰੇ ਦੀ ਜ਼ਮੀਨ ਇੱਕ ਸਾਈਡ ਤੇ ਹੋਰ ਹੈ। ਇਹ ਜਿਹੜੀ ਲਵਲੀ ਯੂਨੀਵਰਸਿਟੀ ਹੈ ਇਹ ਪੰਚਾਇਤੀ ਜ਼ਮੀਨ 'ਚ ਬਣੀ ਹੈ। ਜੇ ਇਹਨਾਂ ਦਾ ਦੂਜਾ ਪੱਖ ਅਸੀਂ ਇਹ ਦੇਖ ਲਈਏ ਕਿ ਉਹ ਹਰਦਾਸਪੁਰ ਦੇ ਗੁਰਦੁਆਰੇ ਦੀ ਹੈ, ਕੀ ਫਿਰ ਤੁਹਾਡੇ ਕਰਪਟ ਮੰਤਰੀ ਗੁਰਦੁਆਰੇ ਦੀ ਜ਼ਮੀਨਾਂ ਨੱਪਣਗੇ? ਦੱਸੋ। ਜੇ ਗੁਰਦੁਆਰੇ ਦੀ ਜ਼ਮੀਨ 'ਚ ਯੂਨੀਵਰਸਿਟੀ ਹੈ ਤਾਂ ਉੱਥੋਂ ਦੇ ਸਟੂਡੈਂਟ ਦੀ ਪੜ੍ਹਾਈ ਫ੍ਰੀ ਹੋਣੀ ਚਾਹੀਦੀ ਹੈ, ਜੇ ਪੰਚਾਇਤੀ ਤਾਂ ਛਡਵਾਉਂਦੇ ਕਿਉਂ ਨਹੀਂ? ਤੁਸੀਂ ਉੱਥੇ ਕੋਈ ਏਕੜ ਜ਼ਮੀਨ 'ਚ ਗੁਜ਼ਾਰਾ ਕਰ ਰਿਹਾ, ਕੋਈ 2 ਏਕੜ 'ਚ, ਤੇ ਤੁਸੀਂ ਉੱਥੇ ਚੱਕ ਕੇ ਮੂੰਹ ਜਾ ਕੇ ਲੋਕਾਂ ਦੇ ਘਰ ਉਜਾੜਦੇ ਹੋ। ਦੱਸੋ। ਅੱਜ ਉਹ ਸਾਰਾ ਪਿੰਡ ਇਕੱਠਾ ਹੋਇਆ ਬੈਠਾ, ਜਾ ਕੇ ਲੱਗ ਜੂ ਪਤਾ, ਪਹੁੰਚੋ ਉੱਥੇ। ਜੇ ਲੋਕ ਆਪਣੀ ਆਈ ਤੇ ਆ ਗਏ ਤਾਂ ਇੱਥੋਂ 2-4 ਕਿਲੋਮੀਟਰ ਹੀ CM ਹਾਊਸ ਹੈ, ਲੋਕਾਂ ਨੇ ਘੇਰ ਲੈਣਾ। ਉਹ ਸ਼੍ਰੀਲੰਕਾ ਵਾਲਾ ਹਾਲ ਹੋਣਾ ਤੁਹਾਡਾ। ਕਿਹੜੀਆਂ ਪੜ੍ਹਾਈਆਂ ਕਰਕੇ ਤੁਸੀਂ ਅਨਪੜ੍ਹ ਟੋਲਾ ਇਕੱਠਾ ਹੋਇਆ? ਕੋਈ ਕਹਿੰਦਾ ਜੀ ਜਾ ਕੇ ਸਾਡਾ ਤਾਂ ਭਗਵੰਤ ਸਿੰਘ ਮਾਨ ਪਿਛਲੇ ਸਾਲ ਮੈਂਬਰ ਪਾਰਲੀਮੈਂਟ ਵਿੱਚ ਮੰਗ ਪੱਤਰ ਦੇ ਕੇ ਆਇਆ। ਕੋਈ ਕਹਿੰਦਾ ਉੱਥੇ ਬਾਰਡਰ ਦੇ ਉੱਪਰ ਜਿੱਥੇ ਭਗਤ ਸਿੰਘ ਦੀਆਂ ਅਸਥੀਆਂ ਪਈਆਂ ਨੇ ਤਾਂ ਉੱਥੇ ਭਗਵੰਤ ਸਿੰਘ ਦੇ ਪਰਿਵਾਰ ਦੀਆਂ ਅਸਥੀਆਂ ਪੈਂਦੇ ਨੇ, ਉਹ ਤਾਂ ਜਾ ਕੇ ਇਤਿਹਾਸਕ ਹੋ ਗਿਆ। ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ। ਅੱਜ ਕੋਈ MLA ਸਾਈਕਲ ਤੇ ਚੜ੍ਹਿਆ ਫਿਰਦਾ, ਤੁਹਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਕੀ ਨੇ? ਤੁਹਾਨੂੰ ਲੋਕਾਂ ਨੇ ਜਿਤਾਇਆ ਕਿਸ ਲਈ ਹੈ? ਜਿਹੜੇ ਕੰਮ ਤੁਸੀਂ ਕਰਨੇ ਆ ਉਹ ਕਰੋ। ਇਹ ਐਦਾਂ ਦਾ ਨਹੀਂ ਹੈ ਜਿਹੜੀ ਤੁਸੀਂ ਗੱਲ ਸ਼ਰਾਬ ਦੀ ਫੈਕਟਰੀ ਵਾਲੀ ਕੀਤੀ ਹੈ। ਤੁਸੀਂ ਅੱਜ ਤੱਕ ਮੈਨੂੰ ਇੱਕ ਵੀ ਚੀਜ਼ ਦੱਸ ਦਿਓ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਤਕਰੀਬਨ 30 ਸਾਲ ਤੋਂ ਇਲੈਕਸ਼ਨ ਲੜਦੇ ਆ ਰਹੇ ਨੇ, ਉਹਨਾਂ ਨੇ ਅੱਜ ਤੱਕ ਵੋਟਾਂ ਦੇ ਵਿੱਚ ਇਲੈਕਸ਼ਨ ਜਿੱਤਣ ਵਾਸਤੇ ਕਦੇ ਇੱਕ ਬੋਤਲ ਵੀ ਸ਼ਰਾਬ ਦੀ ਵੰਡੀ ਹੋਵੇ? ਹੈ ਪ੍ਰੂਫ ਦਿਓ। ਜਿਹੜੇ ਚੀਜ਼ ਕਹੀ ਕਿਉਂ ਜਾਂਦੀ ਹੈ ਵੀਰ ਜੀ ਕਿ ਉਹਨਾਂ ਕੋਲ ਸ਼ਰਾਬ ਦੀਆਂ ਫੈਕਟਰੀਆਂ ਹੈਗੀਆਂ ਨੇ? ਦੇਖੋ ਜੀ, ਜਿਹੜੀ ਮਾਨ ਫੈਮਿਲੀ ਹੈ ਇਹ ਕੋਈ ਮੰਗਤਿਆਂ ਦੀ ਫੈਮਿਲੀ ਤਾਂ ਹੈ ਨਹੀਂ ਵੀ ਉਹ ਕੋਈ ਦਿਹਾੜੀ ਕਰਦੇ ਨੇ ਜੀ, ਠੱਗੀਆਂ ਠੋਰੀਆਂ ਕਰ ਲਈਆਂ, ਇੱਧਰੋਂ ਪੈਸੇ ਖਾ ਲਏ, ਇੱਧਰੋਂ ਖਾ ਕੇ ਜਾ ਕੇ ਜ਼ਮੀਨਾਂ ਖਰੀਦ ਲਈਆਂ। ਹਾਂਜੀ। ਜਿਹੜੀ ਮਾਨ ਫੈਮਿਲੀ ਆ ਇਹਨਾਂ ਨੇ ਸਿੰਬੋਲਿਕ ਇੱਕ ਸ਼ੂਗਰ ਮਿੱਲ ਲਾਈ ਸੀ ਸਮੂਹ ਮਾਨ ਫੈਮਿਲੀ ਨੇ, ਠੀਕ ਹੈ, ਜਿਹੜੀ ਯੂਪੀ ਦੇ ਵਿੱਚ ਹੈ। ਹੁਣ ਇੱਕ ਚੀਜ਼ ਸਾਹਮਣੇ ਆਉਣ ਵਾਲੀ ਇਹ ਜ਼ਰੂਰੀ ਹੈ ਕਿ ਜਿਹੜੀ ਸ਼ੂਗਰ ਮਿੱਲ ਤੇ ਸ਼ਰਾਬ ਦੀ ਫੈਕਟਰੀ ਉਹ ਇੱਕ ਨਹੀਂ ਹੁੰਦੀ, ਅਲੱਗ-ਅਲੱਗ ਹੁੰਦੀਆਂ ਨੇ, ਠੀਕ ਹੈ ਜੀ। ਤੇ ਜਿਹਦੇ ਵਿੱਚ ਮਾਨ ਸਾਹਿਬ ਦਾ ਤਕਰੀਬਨ 5ਵਾਂ ਪਤਾ ਨਹੀਂ 7ਵਾਂ ਹਿੱਸਾ ਹੀ ਹੈ, ਉਹ ਵੀ ਖਤਮ ਕਿਨਾਰੇ ਆ, ਉਹ ਸ਼ਾਇਦ ਵਿਕ ਬੁੱਕ ਗਈ ਹੋਣੀ ਹੈ। ਪਰ ਜਿੱਥੇ ਤੱਕ ਸਾਨੂੰ ਪੂਰੀ ਜਾਣਕਾਰੀ ਇਹ ਹੋਆ ਕਿ ਉਹਨਾਂ ਨੇ ਸ਼ੂਗਰ ਮਿਲ ਲਾਈ ਸੀ, ਨਾ ਕਿ ਸ਼ਰਾਬ ਦੀ ਫੈਕਟਰੀ, ਠੀਕ ਹੈ ਜੀ। ਜਦੋਂ ਤੁਸੀਂ ਆਪਣੇ ਧੂਰੀ ਨੇੜੇ ਹੈ ਉੱਥੇ ਜਾ ਕੇ ਚੈੱਕ ਕਰ ਲਿਓ, ਜਦੋਂ ਖੰਡ ਬਣਦੀ ਹੈ ਤਾਂ ਉਹਦੇ ਉੱਪਰ ਗੰਨੇ ਦੇ ਜਿਹੜਾ ਰਸ ਹੈ ਉਹਦੇ ਉੱਪਰ ਇੱਕ ਮੈਲ ਉਤਰਦੀ ਹੈ ਜਿਸ ਤੋਂ ਸ਼ਰਾਬ ਤਿਆਰ ਹੁੰਦੀ ਹੈ। ਸ਼ਰਾਬ ਇੱਕ ਅਲੱਗ ਫੈਕਟਰੀ ਤਿਆਰ ਹੁੰਦੀ ਹੈ, ਸ਼ੂਗਰ ਇੱਕ ਅਲੱਗ ਫੈਕਟਰੀ ਤਿਆਰ ਹੁੰਦੀ ਹੈ। ਸਰਦਾਰ ਮਾਨ ਸਾਹਿਬ ਦੀ ਸ਼ੂਗਰ ਮਿਲ ਹੈ, ਨਾ ਕਿ ਸ਼ਰਾਬ ਦੀ ਫੈਕਟਰੀ। ਉੱਥੇ ਕੀ ਹੈ, ਜਿਹੜੀ ਸ਼ੂਗਰ ਤੋਂ ਮੈਲ ਉਤਰਦੀ ਹੈ ਉਹ ਇੱਕ ਜਿਹੜਾ ਇਹਨਾਂ ਦਾ ਇੱਕ ਸਾਈਡ ਤੇ ਜਿਹੜੀ ਖਾਲੀ ਜਗ੍ਹਾ ਉੱਥੇ ਸੁੱਟ ਦਿੰਦੇ ਆ, ਉੱਥੋਂ ਲੋਕ ਆਪਣੇ ਆਪ ਚੱਕ ਕੇ ਲੈ ਕੇ ਜਾਂਦੇ ਆ। ਉਹ ਅੱਗੇ ਤੋਂ ਕੀ ਕਰਦੇ ਆ ਕੀ ਨਹੀਂ ਕਰਦੇ ਉਹਦੇ ਜ਼ਿੰਮੇਵਾਰ ਅਸੀਂ ਥੋੜ੍ਹੀ ਆ। ਬਿਲਕੁਲ ਜੀ, ਬਿਲਕੁਲ। ਜੇ ਤੁਸੀਂ ਆਪਦੇ ਘਰ ਦਾ ਕੋਈ ਕੂੜਾ ਆਪਦੀ ਕਰੂੜੀ ਤੇ ਸੁੱਟ ਦੋਗੇ, ਜੇ ਮੈਂ ਉੱਥੋਂ ਚੱਕ ਕੇ ਉਹਨੂੰ ਬਾਹਰ ਵੇਚ ਕੇ ਕੋਈ ਚੀਜ਼ ਖਰੀਦ ਰਿਹਾ ਤੇ ਉਹਦੀ ਜ਼ਿੰਮੇਵਾਰ ਤੁਸੀਂ ਥੋੜ੍ਹੀ ਹੋ।